जथेदार साहब वालों आप भी ये गल कही गई कि इन्नी छेती तक कोई दर्जा 4 कर्मचारियों नूं नहीं हटाउंदा जिन्नी छेती तुसीं एक जथेदार नूं हटा दिता। काफ़ी देर तो ਅਸੀਂ ਦੇਖਦੇ ਆਏ ਆ, ਸਾਡੇ ਤੋਂ ਵਡੇਰਿਆਂ ਨੇ ਵੀ ਦੇਖਿਆ ਹੋਣਾ। ਜੇ ਅਸੀਂ ਦੇਖੀਏ ਕੈਨੇਡਾ ਤੋਂ ਲੈ ਲਓ, ਇੰਗਲੈਂਡ ਤੋਂ ਲੈ ਲਓ, ਅਮਰੀਕਾ ਲੈ ਲਓ, ਆਸਟ੍ਰੇਲੀਆ ਲੈ ਲਓ, ਵੀ 100 ਸਾਲ ਤੋਂ ਉੱਪਰ ਗੁਰੂ ਘਰ ਸਥਾਪਿਤ ਹੋ ਚੁੱਕੇ ਆ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਸਾਡੇ ਪੁਰਖਿਆਂ ਨੇ ਆ ਕੇ ਲੜਾਈਆਂ ਦੇ ਦੌਰਾਨ ਵੀ ਤੇ ਉਹ ਤੋਂ ਬਾਅਦ ਵੀ ਤੇ ਆਪਣਾ ਧਰਮ ਨੂੰ ਸਭ ਤੋਂ ਉੱਪਰ ਰੱਖਿਆ। ਸਰਕਾਰਾਂ ਲੋਕਾਂ ਦੀ ਨਹੀਂ ਸੁਣਦੀਆਂ, ਸਰਕਾਰਾਂ ਲੋਕਾਂ ਵੱਲ ਧਿਆਨ ਨਹੀਂ ਦੇ ਰਹੀਆਂ। ਉਹ ਲੋਕ ਚਾਹੁੰਦੇ ਨੇ ਕਿ ਅਸੀਂ ਆਪਣਾ ਆਪ ਜਾਂ ਅਸੀਂ ਆਪਣੇ ਬੱਚਿਆਂ ਨੂੰ ਵਿਕਸਿਤ ਦੇਸ਼ਾਂ ਦੇ ਵੱਲ ਭੇਜੀਏ, ਪਰ ਉਹਨਾਂ ਤੱਕ ਇਨਫੋਰਮੇਸ਼ਨਸ ਪਹੁੰਚਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿ ਤੁਸੀਂ 30 40 ਲੱਖ ਰੁਪਇਆ ਲਾ ਕੇ ਜ਼ਰੂਰੀ ਨਹੀਂ ਕਿ ਜਾਣਾ ਹੈ। ਤੁਸੀਂ ਕੁਝ ਪੜ੍ਹਾਈਆਂ ਇੱਥੇ ਕਰਕੇ 2 ਸਾਲ ਬਾਅਦ ਵੀ ਜਾ ਸਕਦੇ ਹੋ ਜਾਂ ਫਿਰ ਅਲੱਗ-ਅਲੱਗ ਸਕਿੱਲਸ ਦੇ ਵਿੱਚ ਵੀ ਜਾ ਸਕਦੇ ਹੋ। ਤਾਂ ਕੋਸ਼ਿਸ਼ ਕਰਦੇ ਹੁੰਦੇ ਆ ਹਰ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ। ਵੱਡੇ ਵੱਡੇ ਵਿਗਿਆਨੀ ਆ ਸਾਰੇ ਫੀਲਡਾਂ 'ਚ, ਜੇ ਦੇਖਿਆ ਜਾਵੇ ਫਿਰ ਵੀ ਆਪਣੇ ਆਪਣੇ ਫੀਲਡਾਂ 'ਚੋਂ ਆਪ ਵੀ ਡਾਕਟਰ, ਇੰਜੀਨੀਅਰ, ਵਕੀਲ ਸਾਰੇ ਹੀ ਚਾਹੇ ਪਲੇਅਰਸ ਨੇ ਉਹ ਸਾਰੇ ਗੁਰੂ ਘਰ ਨਤਮਸਤਕ ਹੁੰਦੇ ਆ। ਜਦੋਂ ਉਹ ਦੇਖਦੇ ਆ ਇੱਦਾਂ ਦੀਆਂ ਖਬਰਾਂ ਤਾਂ ਸਾਡਾ ਸਿਰ ਥੋੜਾ ਝੁਕਦਾ ਅੱਜ ਕੱਲ੍ਹ ਦੇ ਜੋ ਰੂਟੀਨ ਚੱਲਦੀ ਪਈ ਆ। ਇੱਥੇ ਬੈਠੇ ਹੀ ਹਰਿਆਣਾ, ਪੰਜਾਬ ਬੈਠੇ ਜੌਬ ਦੇ ਲਈ ਕੋਈ ਬੈਨ ਨਹੀਂ ਹੈਗਾ। ਸਿਰਫ ਸਟੂਡੈਂਟ ਤੇ ਆਪਾਂ ਕਹਿੰਦੇ ਸੀ ਫਾਲਸ ਕਰਕੇ ਥੋੜਾ ਜਿਹਾ ਬੈਨ ਆ, ਵਰਕ ਪਰਮਿਟ ਵਾਲਿਆਂ ਨੂੰ ਕੋਈ ਬੈਨ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ ਤੇ ਜਾਣਕਾਰੀ ਇਕੱਠੀ ਕਰਦੇ ਹਾਂ ਉੱਥੋਂ ਦੀ ਕਿ ਆਖਿਰਕਾਰ ਆਸਟ੍ਰੇਲੀਆ ਦੇ ਵਿੱਚ ਕੀ ਕੁਝ ਖਾਸ ਚੱਲ ਰਿਹਾ ਤੇ ਨਾਲੇ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਦੇ ਨਾਲ ਰਿਲੇਟਡ ਕਿ ਪੰਜਾਬ 'ਚ ਜੋ ਮਸਲੇ ਚੱਲ ਰਹੇ ਨੇ, ਭਾਵੇਂ ਰਾਜਨੀਤੀ ਦੇ ਨਾਲ ਰਿਲੇਟਡ ਹੋਣ, ਉਹ ਭਾਵੇਂ ਧਾਰਮਿਕ ਮਸਲਿਆਂ ਦੇ ਨਾਲ ਰਿਲੇਟਡ ਹੋਣ ਜਾਂ ਫਿਰ ਉਹ ਸਮਾਜਿਕ ਹੋਣ, ਤਾਂ ਉਹਨਾਂ ਬਾਰੇ 7 ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਜੋ ਪੰਜਾਬੀ ਵਸਦੇ ਨੇ ਉਹ ਆਖਿਰਕਾਰ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ ਕਹਿੰਦੇ ਨੇ। ਸੋ ਸਾਰੀਆਂ ਹੀ ਖਬਰਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਤੇ ਰਾਬਤਾ ਪੰਜਾਬ ਵਾਲਿਆਂ ਦੇ ਨਾਲ ਆਸਟ੍ਰੇਲੀਆ ਵਾਲਿਆਂ ਦਾ ਬਣਾਉਣ ਦੇ ਲਈ ਸਾਡੇ ਨਾਲ ਅਕਸਰ ਆਸਟ੍ਰੇਲੀਆ ਤੋਂ ਜੁੜਦੇ ਰਹੇ ਕਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਕਰਨੈਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕਰਨੈਲ ਸਿੰਘ ਜੀ, ਅਕਸਰ ਆਪਾਂ ਸ਼ੁਰੂਆਤ ਵੈਦਰ ਤੋਂ ਹੀ ਕਰਦੇ ਹੁੰਦੇ ਆ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਆ, ਤਾਂ ਆਸਟ੍ਰੇਲੀਆ ਦੇ ਵਿੱਚ ਵੈਦਰ ਕਿਸ ਤਰੀਕੇ ਦਾ ਚੱਲ ਰਿਹਾ ਹੈ? ਹਾਂ ਜੀ, ਠੰਡ ਪੂਰੀ ਆ ਜੀ ਤੇ ਮਾਈਲਡ ਜੀ ਸਨੋ ਵੀ ਹੋਣ ਲੱਗ ਪਈ ਕੁਛ ਪਾਰਟ ਦੇ ਵਿੱਚ, ਬਟ ਦਿਨੇ ਸਨੀ ਹੋ ਜਾਂਦਾ, ਦਿਨੇ ਸਹੀ ਹੁੰਦਾ ਕਾਫੀ, ਜਿੱਦਾਂ 18 19 ਡਿਗਰੀ ਇਦਾਂ। ਕੈਂਬਰੇ ਦੇ ਵਿੱਚ ਉਧਰਲੀ ਸਾਈਡ ਤੇ -3 4 ਤੱਕ ਵੀ ਪੂਰੇ ਆਉਣ ਵਾਲੇ ਵੀਕ ਜਿਹੜੇ ਆ ਉਹ ਇਦਾਂ ਹੀ ਜਾਣਗੇ ਜੀ। ਬਿਲਕੁਲ। ਤੇ ਇਸ ਦੇ ਦੌਰਾਨ ਲੋਕਾਂ ਦੇ ਕੰਮਾਂ ਕਾਰਾਂ ਤੇ ਜਾਂ ਫਿਰ ਫਸਲਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ? ਦੇਖੋ, ਕੰਮਾਂ ਕਾਰਾਂ ਤੇ ਨਹੀਂ ਇੱਥੇ ਪੈਂਦਾ ਜੀ। ਕੈਨੇਡਾ ਵਾਂਗੂ ਇੰਨੀ ਸਨੋ ਨਹੀਂ ਹੁੰਦੀ ਵੀ ਸੜਕਾਂ ਬਲੌਕ ਹੋ ਜਾਣ, ਸਗੋਂ ਕਿ ਸਕੂਲ ਹੌਲੀਡੇਜ਼ ਹੋਈਆਂ, ਬੱਚੇ ਇੰਜੋਏ ਕਰਨ ਜਾਂਦੇ ਆ। ਇੱਕ ਉਹ ਏਰੀਆ ਹੈਗਾ ਮੈਲਬੌਰਨ ਤੋਂ ਨਾਲ ਹੀ, ਤੇ ਇਸ ਕੁਛ ਏਰੀਆਜ਼ ਦੇ ਵਿੱਚ ਜਿੱਥੇ ਵੀ ਸਨੋ ਪੈਂਦੀ ਉੱਥੇ ਫਿਰ ਉਹ ਜਾਂਦੇ ਆ। ਪਰ ਹਾਂ, ਥੋੜਾ ਲੇਟ ਹੁੰਦਾ, ਸਕੂਲ ਹੌਲੀਡੇ ਹੋਈਆਂ। ਕੁਛ ਇੱਕ ਕ੍ਰੌਪਸ ਹੈਗੀਆਂ ਜਿੱਦਾਂ ਐਪਲ ਹੋ ਗਏ ਉਹਨਾਂ ਦੇ, ਜਾਂ ਸ਼ੈਫਟਨ ਏਰੀਆ ਜੋ ਜ਼ਿਆਦਾ ਕੋਰਾ ਪੈਂਦਾ ਆ, ਫਰੋਸਟ ਪੈਂਦੀ ਤਾਂ ਗ੍ਰੇਪਸ ਤੇ ਵੀ ਕਈਆਂ ਤੇ। ਸੋ ਮੈਂ ਤਾਂ ਮਾਹਰ ਤਾਂ ਨਹੀਂ ਹੈਗਾ, ਪਰ ਸੁਣਨ ਦੇ ਵਿੱਚ ਨਿਊਜ਼ ਚਾਹੁੰਦਾ ਵੀ ਉਹਨਾਂ ਦੇ ਉੱਤੇ ਅਸਰ ਪੈਂਦਾ। ਜੀ 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 ਬਿਲਕੁਲ। ਤੇ ਇਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਗੁਰੂ ਘਰਾਂ ਦੇ ਨਾਲ ਰਿਲੇਟਡ ਕਿ ਜੂਨ 1984 ਤੇ ਮੱਦੇਨਜ਼ਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਸਮਾਗਮ ਉਲੀਕੇ ਗਏ ਸਨ। ਉਹਨਾਂ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ। ਹਾਂਜੀ ਬਿਲਕੁਲ, ਉਹ ਹਾਲੇ ਵੀ ਜਾਰੀ ਨੇ। ਗੁਰਦੁਆਰਾ ਗਲੈਨਵੁੱਡ ਤੋਂ ਲੈ ਕੇ ਹੋਰ ਗੁਰੂ ਘਰਾਂ ਦੇ ਵਿੱਚ ਵੀ, ਸਾਰੇ ਕਿਤੇ ਮੈਲਬੌਰਨ 'ਚ ਵੀ ਸਿੱਖ ਫੈਡਰੇਸ਼ਨ ਵੀ ਕਰਾਉਂਦੀ ਹੁੰਦੀ ਪ੍ਰੋਗਰਾਮ, ਹੋਰ ਸੰਸਥਾਵਾਂ ਵੀ, ਵੱਖ-ਵੱਖ ਸੰਸਥਾਵਾਂ, ਸਿੱਖ ਯੂਥ ਹੋ ਗਏ, ਗੁਰੂ ਘਰਾਂ ਦੀਆਂ ਕਮੇਟੀਆਂ ਹਾਲੇ ਵੀ ਉਸੇ ਸੰਦਰਭ ਦੇ ਵਿੱਚ ਆਪਣੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹੁਣ ਤੱਕ ਦੇ ਜਿੰਨੇ ਵੀ ਸ਼ਹੀਦ ਹੋਏ ਆ, ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ, ਸਿੱਖ ਧਰਮ ਦੇ ਲਈ, ਪੂਰੀ ਮਨੁੱਖਤਾ ਦੇ ਮਨੁੱਖੀ ਹੱਕਾਂ ਦੀ ਖਾਤਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ। ਹਾਲੇ ਵੀ ਉਹਨਾਂ ਨੂੰ ਸਦਾ ਹੀ ਸਜਦਾ ਕਰਦੇ ਹਨ। ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਸਿੱਖ ਯੂਥ ਆਸਟ੍ਰੇਲੀਆ ਵੱਲੋਂ ਪਹਿਲਾ ਪ੍ਰੋਗਰਾਮ ਕਰਵਾਇਆ ਗਿਆ ਤੇ ਸੁਣਨ ਦੇ ਵਿੱਚ ਆਇਆ ਕਿ ਪ੍ਰੋਗਰਾਮ ਬਹੁਤ ਹੀ ਸਕਸੈਸਫੁਲੀ ਹੋ ਨਿਪੜਿਆ। ਇਸ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਇਸ ਦੇ ਦੌਰਾਨ ਕੀ ਕੁਝ ਖਾਸ ਰਿਹਾ। ਹਾਂਜੀ, ਸਾਰਿਆਂ ਨੂੰ
ਜਿੰਨੇ ਵੀ ਉਹਦੇ ਸੀਗੇ ਨੋਮੀਨੇਟ ਕੀਤੇ ਹੋਏ ਬੰਦੇ 300 ਦੇ ਕਰੀਬ ਲਗਭਗ ਸੀਗੇ ਜੀ, ਕਿਉਂਕਿ ਉਹਨਾਂ ਦੇ ਪ੍ਰੈਜ਼ੀਡੈਂਟ ਸਤਵੰਤ ਸਿੰਘ ਹੋਣੀ ਤੇ ਕੁਛ ਹੋਰ ਵੀ ਸਿੱਖ ਯੂਥ। ਨਵਦੀਪ, ਮੈਂ ਦੱਸਦਿਆਂ ਜਦੋਂ ਅਸੀਂ ਆਏ ਆ ਤੇ ਛੋਟੇ ਹੁੰਦੇ ਸੀ, ਉਹਨਾਂ ਨੂੰ ਯਾਦ ਨਹੀਂ ਹੋਣਾ, ਉਹਦੇ ਪੇਰੈਂਟਸ ਨੂੰ ਯਾਦ ਹੈ। ਮੈਂ ਇਹਨਾਂ ਨੂੰ ਕਾਫੀ ਦੇਰ ਪੰਜਾਬੀ ਪੜ੍ਹਾਈ ਤੇ ਉਹ ਅੱਗੇ ਜਾ ਕੇ ਬਹੁਤ ਹੀ ਖੇਤਰਾਂ ਦੇ ਵਿੱਚ ਵਧੀਆ ਗਏ ਹੋਏ ਆ ਤੇ ਹੋਰ ਵੀ। ਸੋ ਇਸੇ ਤਰਜ਼ ਦੇ ਉੱਤੇ ਉਹਨਾਂ ਨੇ ਅੱਗੋਂ ਬਹੁਤ ਸਾਰੇ ਫੀਲਡ ਦੇ ਵਿੱਚ ਜਦੋਂ ਇੰਨੀ ਤਰੱਕੀ ਕਰ ਲਈ ਆ ਤਾਂ ਬਹੁਤ ਖੁਸ਼ੀ ਹੁੰਦੀ ਆ। ਸੋ ਆਸਟ੍ਰੇਲੀਅਨ ਸਿੱਖ ਯੂਥ ਦੀ ਜਿਹੜੀ ਪ੍ਰੈਸ ਰਿਲੀਜ਼ ਜਾਂ ਮੀਡੀਆ ਰਿਲੀਜ਼, ਉਹਦੇ ਵਿੱਚ ਇਹ ਹੀ ਉਹਨਾਂ ਨੇ ਦੱਸਿਆ ਵੀ ਇਨੈਗੂਰੇਸ਼ਨ ਜਿਹੜੀ ਆ ਇਨੈਗੂਰਲ ਹੋਈ ਆਸਟ੍ਰੇਲੀਅਨ ਸਿੱਖ ਅਵਾਰਡਸ ਫॉर ਐਕਸੀਲੈਂਸ ਇਨ ਸਿਡਨੀ। ਉਸ ਰਾਤ ਦੇ ਵਿੱਚ ਉਹ ਬਹੁਤ ਸਾਰੇ ਸਾਡੇ ਹੋਨੇਬਲ ਮਿਨਿਸਟਰ, ਕਮਿਊਨੀਕੇਸ਼ਨ ਮਿਨਿਸਟਰ ਤੇ ਕੈਬਨਿਟ ਮਿਨਿਸਟਰ ਆ ਮਿਸ਼ਲ ਰੌਲੈਂਡ MP ਸਾਡੇ ਇਲਾਕੇ ਦੇ, ਉਹ ਹਰ ਵਕਤ ਹੀ ਛੋਟੇ ਬੱਚਿਆਂ ਤੋਂ ਲੈ ਕੇ ਕਮਿਊਨਿਟੀ ਦੇ ਪ੍ਰੋਗਰਾਮਾਂ ਦੇ ਵਿੱਚ ਸਾਥ ਦਿੰਦੇ ਰਹੇ ਆ। ਖਾਸ ਕਰਕੇ ਇਹਨਾਂ ਨੇ ਸਿੱਖ ਯੂਥ ਨੇ ਆਪਣੀ ਪ੍ਰੈਸ ਰਿਲੀਜ਼ ਵੀ ਦੱਸਿਆ ਵੀ ਸਾਨੂੰ ਇਦਾਂ ਲੱਗਦੇ ਰਹਿੰਦੇ ਆ ਵੀ ਜਿੱਦਾਂ ਅਸੀਂ ਇਹਨਾਂ ਦੇ ਦੇਖਦੇ ਇਹਨਾਂ ਦੇ ਕੋਲ ਪਲੇ ਹੁੰਦੇ ਆ। ਸੋ ਉਹਨਾਂ ਉੱਥੇ ਉਹਨਾਂ ਨੇ ਸ਼ਿਰਕਤ ਕੀਤੀ ਸਪੈਸ਼ਲ ਅਵਾਰਡ ਦੇਣ ਦੇ ਲਈ, ਤੇ ਉਹਨਾਂ ਨੇ ਐਡਰੈਸ ਵੀ ਕੀਤਾ। ਆਏ ਹੋਏ ਜਿੰਨੇ ਮੁਖੀ ਸੀਗੇ, ਜਿੰਨੇ ਹੀ ਸਾਰੇ ਹੀ ਚੁਣੇ ਗਏ ਨੁਮਾਇੰਦੇ, ਜਿਨ੍ਹਾਂ ਜਿਹੜੇ ਵਿਨਰ ਸੀਗੇ, ਤਿੰਨ ਜਣੇ ਇੱਕ ਫੀਲਡ ਦੇ ਵਿੱਚੋਂ, ਹਰੇਕ ਫੀਲਡ ਚੋਂ ਦਾ ਆਪਾਂ ਦੱਸਿਆ ਸੀਗਾ, ਤੇ ਉਹਨਾਂ ਨੂੰ ਅਵਾਰਡ ਦੇ ਕੇ ਉਹਨਾਂ ਨੇ ਮਾਣ ਮਹਿਸੂਸ ਕੀਤਾ। ਇਦਾਂ ਹੀ ਸਾਡੇ ਪੰਜਾਬ ਦੀ ਸਰਦਾਰਨੀ ਹਰਿੰਦਰ ਸਿੱਧੂ ਜੀ, ਆਸਟ੍ਰੇਲੀਅਨ ਹਾਈ ਕਮਿਸ਼ਨ ਨਿਊਜ਼ੀਲੈਂਡ ਦੇ, ਉਹ ਅੱਜ ਕੱਲ੍ਹ ਅੰਬੈਸਡਰ ਨੇ ਆਸਟ੍ਰੇਲੀਆ ਵੱਲੋਂ, ਉਹ ਵੀ ਉੱਥੇ ਪਹੁੰਚੇ। ਉਹਨਾਂ ਨੇ ਵੀ ਦੱਸਿਆ ਵੀ ਸਾਨੂੰ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਿੱਖ ਕਮਿਊਨਿਟੀ ਆਪਣੇ ਆਪ ਨੂੰ ਰੀਪ੍ਰਜੈਂਟ ਕਰਦਿਆਂ ਜਿੱਥੇ ਕਿ ਆਪਣਾ ਨਾਮ ਰੱਖਦੀ ਆ, ਤੇ ਉੱਥੇ ਹੀ ਸਾਰਿਆਂ ਦੇ ਵਿੱਚ ਆਪਣਾ ਨਾਮ ਉਹਨਾਂ ਨੇ ਬਣਾਇਆ। ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਨਵਦੀਪ, ਅਗਲੋਂ ਐਕਸੀਲੈਂਸ ਅਵਾਰਡ ਜਿਹੜਾ ਆਰਟਸ ਦਾ ਆ ਉਹ ਗਿਆ ਸੁਖਦੀਪ ਸਿੰਘ ਭੋਗਲ ਨੂੰ, ਭੋਗਲ। ਐਕਸੀਲੈਂਸ ਇਨ ਕਮਿਊਨਿਟੀ ਸਰਵਿਸਿਜ਼ ਤਾਜਿੰਦਰਪਾਲ ਸਿੰਘ। ਐਕਸੀਲੈਂਸ ਇਨ ਲੀਡਰਸ਼ਿਪ ਜਸਵੀਰ ਸਿੰਘ ਰੰਧਾਵਾ। ਐਕਸੀਲੈਂਸ ਇਨ ਪ੍ਰੋਫੈਸ਼ਨਲ ਫੀਲਡ ਪ੍ਰੋਫੈਸਰ ਜਸਵਿੰਦਰ ਸਿੰਘ ਸਮਰਾ। ਐਕਸੀਲੈਂਸ ਇਨ ਸਪੋਰਟਸ ਜੈਸਨ ਜਸਕੀਰਤ ਸਿੰਘ ਸੰਘਾ। ਆਸਟ੍ਰੇਲੀਅਨ ਸਿੱਖ ਵੂਮਨ ਆਫ ਦ ਈਅਰ ਡਾਕਟਰ ਪਰਵਿੰਦਰ ਕੌਰ। ਸਿੱਖ ਯੂਥ ਆਸਟ੍ਰੇਲੀਅਨ ਸਿੱਖ ਆਫ ਦ ਈਅਰ ਅੰਡਰ 30 ਈਅਰ ਯੂਥ ਦੇ ਵਿੱਚੋਂ ਸੁਖਜੀਤ ਕੌਰ। ਅਬਾਊਟ ਸਿੱਖ ਯੂਥ ਆਸਟ੍ਰੇਲੀਆ ਦੇ ਜਾਣਕਾਰੀ ਦਿੱਤੀ ਸਾਰਿਆਂ ਨੇ, ਬਾਅਦ ਵਿੱਚ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਤੇ ਆਏ ਹੋਏ ਸੱਜਣਾ ਨੇ ਵੀ ਜਿਹੜੀ ਆਰਗੇਨਾਈਜੇਸ਼ਨ ਹੈ ਕਿੱਦਾਂ ਐਸਟੈਬਲਿਸ਼ ਹੋਈ। ਸੋਸ਼ਲ ਕਲਚਰਲ ਜਿੰਨੀਆਂ ਵੀ ਸਪਿਰਿਚੁਅਲ ਨੀਡਸ ਹੁੰਦੀਆਂ, ਬੱਚਿਆਂ ਦੇ ਕੈਂਪ ਲੱਗਦੇ ਆ ਸਾਲਾਨਾ, ਵੱਡਿਆਂ ਦੇ ਅਡਲਟਸ ਦੇ ਕੈਂਪ ਲੱਗਦੇ ਆ, ਉਹਨਾਂ ਸਾਰਿਆਂ ਦਾ ਉਹਨਾਂ ਨੇ ਵੱਧ ਚੜ੍ਹ ਕੇ ਦੇਖਿਆ। ਉਹਦੇ ਨਾਲ ਹੀ ਜੰਗ ਸਿੱਖ ਪ੍ਰੋਫੈਸ਼ਨਲ ਨੈਟਵਰਕ ਦੇ ਵਿੱਚ, ਜਿਹਦੇ ਵਿੱਚ ਕਿ ਕਾਫੀ ਨਾਮਵਰ ਹਸਤੀਆਂ ਸੀਗੀਆਂ ਉੱਥੇ ਪਹੁੰਚੀਆਂ ਹੋਈਆਂ, ਜਿਨ੍ਹਾਂ ਨੇ ਕਿ ਜੱਜਿਸ ਕੀਤੀ, ਬੜੀ ਮਿਹਨਤ ਕਰਕੇ ਉਹਨਾਂ ਨੂੰ ਚੁਣਿਆ, ਜਿਨ੍ਹਾਂ ਨੂੰ ਵੀ ਚੁਣਿਆ ਗਿਆ, ਤੇ ਜਿਹੜੇ ਹਿੱਸਾ ਵੀ ਲਿਆ ਉਹ ਵੀ ਬਰਾਬਰ ਦੇ ਹੀ ਪਾਏ ਗਏ। ਸੋ ਇਹਦੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਡੇ ਖਾਸ ਕਰਕੇ ਐਗਰੀਕਲਚਰ ਫੀਲਡ ਦੇ ਨਾਮਵਰ ਹਸਤੀਆਂ ਪ੍ਰੋਫੈਸਰ ਜੋਰਾ ਸਿੰਘ ਜੀ ਭਾਰਤ ਤੋਂ ਇੱਥੇ ਪਹੁੰਚੇ, ਤੁਸੀਂ ਦੇਖ ਸਕਦੇ ਆ। ਇਸੇ ਤਰ੍ਹਾਂ ਡਾਕਟਰ ਹਰਮਹਿੰਦਰ ਸਿੰਘ ਧਾਮੂ ਜੀ, ਉਹਨਾਂ ਨੇ ਅੱਗੇ ਵੀ ਕੰਟੈਕਟ ਕੀਤਾ ਖੇਤੀਬਾੜੀ ਦੇ ਫੀਲਡ ਦੇ ਵਿੱਚ, ਇੱਥੇ ਦੇ ਡਿਪਾਰਟਮੈਂਟਸ ਦੇ ਵਿੱਚ, ਆਸਟ੍ਰੇਲੀਅਨ ਯੂਨੀਵਰਸਿਟੀ ਦੇ ਵਿੱਚ, ਅੱਗੋਂ ਰਿਸਰਚ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੇ ਕਾਢਾਂ ਕੱਢੀਆਂ ਹੋਈਆਂ। ਇਹ ਨਾਮਵਰ ਖੇਤੀ ਵਿਗਿਆਨੀਆਂ ਨੇ ਆਪਣੀ ਸਖਤ ਮਿਹਨਤ, ਡੈਡੀਕੇਸ਼ਨ ਐਂਡ ਆਪਣੇ ਪ੍ਰੋਫੈਸ਼ਨ ਨੂੰ, ਆਪਣੇ ਕਿੱਤੇ ਨੂੰ ਸਮਰਪਿਤ ਸਾਰੀ ਜ਼ਿੰਦਗੀ ਲਾਈ। ਤੇ ਖਾਸ ਕਰਕੇ ਉਹਨਾਂ ਜਿੱਥੇ ਪੱਗ ਦਾ, ਦਸਤਾਰ ਦਾ ਮਾਣ, ਇਸੇ ਤਰ੍ਹਾਂ ਪੰਜਾਬੀਅਤ ਦਾ ਮਾਣ, ਪੰਜਾਬੀ ਦਾ ਮਾਣ, ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦਾ, ਸਾਰੇ ਹੀ ਕਿਤੇ ਉਹਨਾਂ ਨੇ ਆਪਣੀ ਲਗਨ ਨਾਲ, ਆਪਣੇ ਸਖਤ ਮਿਹਨਤ ਦੇ ਨਾਲ ਪ੍ਰਤੀ ਗਾਡੀ ਰਾਹ ਬਣਾ ਦਿੱਤਾ ਆਸਟ੍ਰੇਲੀਅਨਾਂ ਦਾ। ਜਦੋਂ ਕਿ 1994 ਜਾਂ 95 ਤੋਂ ਆਏ ਇੱਥੇ ਇਹ ਜਿੰਨੇ ਵੀ ਇਹ ਹੋਰ ਵੀ ਨਾਮਵਰ ਹਸਤੀਆਂ ਹੈਗੀਆਂ, ਜਿਨ੍ਹਾਂ ਨੇ ਆਪਣੀ ਬਾਖੂਬੀ ਨਾਲ ਆਸਟ੍ਰੇਲੀਆ ਦੇ ਵਿੱਚ ਇੱਦਾਂ ਦਾ ਗਾਡੀ ਰਾਹ ਬਣਾਇਆ ਕਿ ਬਾਕੀਆਂ ਦੇ ਲਈ ਵੀ ਐਗਰੀਕਲਚਰ ਦੇ ਯੂਨੀਵਰਸਿਟੀ ਦੇ, ਚਾਹੇ ਉਹ ਅਲੂਮਨੀ ਸੀਗੇ, ਚਾਹੇ ਉਹ ਵਿਦਿਆਰਥੀ ਨੇ, ਚਾਹੇ ਉਹਨਾਂ ਦੇ ਨਾਲ ਸੰਬੰਧਿਤ ਹੋਰ ਵੀ ਰੈਲੇਵੈਂਟ ਫੀਲਡ ਦੇ ਨੇ, ਉਹਨਾਂ ਸਾਰਿਆਂ ਦੇ ਰਾਹ ਖੋਲ ਦਿੱਤੇ ਗਏ ਆਸਟ੍ਰੇਲੀਆ ਲਈ। ਬਹੁਤ ਸਾਰੇ ਵਿਜੇ ਫਿਰ ਇੱਥੇ ਮਾਈਗ੍ਰੇਸ਼ਨ ਤੁਸੀਂ ਦੇਖਿਆ ਹੁਣ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਇੰਗਲੈਂਡ ਜਾਂ ਕੈਨੇਡਾ ਤੋਂ ਹੁੰਦੀ ਸੀ ਥੋੜੀ ਬਹੁਤੀ, ਪਰ ਇਹਨਾਂ ਸੱਜਣਾ ਨੇ ਖਾਸ ਕਰਕੇ ਖੇਤੀ ਦੇ ਨਾ ਕਰੀਮ ਸੱਜਣਾ ਨੇ ਇੱਥੇ ਸਰ ਜਤਿੰਦਰ ਸਿੰਘ ਪੱਟਲ ਸੀ, ਸਰਦਾਰ ਗੁਰਮੇਲ ਸਿੰਘ ਨੇ ਸੰਘਾ, ਉਹਨਾਂ ਦੇ ਐਡਮਨ, ਉਹਨਾਂ ਨੇ ਵੀਡੀਓ ਬਣਾ ਕੇ ਵੀ ਭੇਜੀਆਂ ਉਹਨਾਂ ਦੀਆਂ, ਜਦੋਂ ਉਹਨਾਂ ਨੇ ਬਾਰਬਿਕਿਊ ਵੀ ਰੱਖਿਆ ਸੰਡੇ ਨੂੰ ਉਹਨਾਂ ਦੇ ਮਾਣ ਸਤਿਕਾਰ ਦੇ ਲਈ। ਇਹ ਉਹਨਾਂ ਨੇ ਹੋਰ ਵੀ ਪ੍ਰੋਫੈਸਰਾਂ ਨੇ, ਡਾਕਟਰਾਂ ਨੇ ਮਾਣ ਮਹਿਸੂਸ ਕੀਤਾ। ਉੱਥੇ
ਹੋਰ ਵੀ ਆਸਟ੍ਰੇਲੀਆ ਤੋਂ ਵੀ ਗਿੱਲ ਸਾਹਿਬ ਡਾਕਟਰ ਉੱਥੇ ਪਹੁੰਚੇ ਹੋਏ ਸੀ, ਜਿਹੜੇ ਕਿ ਬਹੁਤ ਸਾਰੇ ਫੀਲਡ ਦੇ ਵਿੱਚ ਉਹਨਾਂ ਨੂੰ ਇਨਾਮ ਮਿਲੇ ਆ। ਇੱਥੇ ਦੱਸਣਯੋਗ ਆ, ਵਰਣਨਯੋਗ ਆ ਕਿ ਪ੍ਰੋਫੈਸਰ ਜੋਰਾ ਸਿੰਘ ਉਹਨਾਂ ਨੂੰ ਆਸਟ੍ਰੇਲੀਆ ਵੱਲੋਂ, ਉਹ ਦੂਜੇ ਸੈਂਸਸ ਨੇ ਪੰਜਾਬੀ ਆਪਣੇ ਪੰਜਾਬੀ ਦੇ ਪਹਿਲੇ ਨੇ, ਆਮ ਆਸਟ੍ਰੇਲੀਅਨ ਚੋਂ ਜਿਹੜੇ ਕਿ ਉਹ ਦੂਜੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀ, ਸਾਡੇ ਦੇਖਣ ਵਾਲਿਆਂ ਨੂੰ ਦੱਸਦੀ ਹੈ ਵੀ ਅਮਰੀਕਾ ਨੇ ਵੀ ਉਹਨਾਂ ਨੂੰ ਆਪਣੇ ਵੱਲੋਂ ਵੀ ਅਵਾਰਡ ਦੇ ਚੁੱਕੇ ਆ। ਸੋ ਬਹੁਤ ਸਾਰੇ ਅਵਾਰਡ ਆ ਜਿਹੜੇ ਅਸੀਂ ਗਿਣੇ ਨਹੀਂ ਜਾ ਸਕਦੇ। ਏਦਾਂ ਹੀ ਸਤਿੰਦਰ ਕੌਰ ਸਾਡੇ ਹੁਣੇ ਕੋਚ ਬਣੇ ਆ ਇੰਟਰਨੈਸ਼ਨਲ ਲੈਵਲ ਦੇ, ਉਹ ਵੀ, ਤੇ ਹੋਰ ਵੀ ਰੈਲੇਵੈਂਟ ਸੱਜਣਾ ਦਾ, ਜਿਨ੍ਹਾਂ ਨੇ ਕਿ ਕਈਆਂ ਨੇ ਅਪਲਾਈ ਵੀ ਨਹੀਂ ਕੀਤਾ, ਤੇ ਇਹਨਾਂ ਨੇ ਇਸ ਸਿੱਖ ਯੂਥ ਦੇ ਉਲੀਕੇ ਪ੍ਰੋਗਰਾਮ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ। ਅਸੀਂ ਅਰਦਾਸ ਕਰਦੇ ਹਾਂ ਕਿ ਇਦਾਂ ਦੇ ਪ੍ਰੋਗਰਾਮ ਹੋਰ ਹੁੰਦੇ ਰਹਿਣਗੇ। ਕੁਛ ਇੱਕ ਜਿਨ੍ਹਾਂ ਸੱਜਣਾ ਨੂੰ ਨਹੀਂ ਪਤਾ ਸੀਗਾ ਜਾਂ ਹੋਰ ਵੀ ਸੀਗਾ, ਇਹਦੀ ਅਵੇਅਰਨੈਸ ਦੇ ਨਾਲ ਉਹ ਵੀ ਉਹਨਾਂ ਨੂੰ ਅੱਗੋਂ ਹੋਰ ਜਾਣਕਾਰੀ ਮਿਲਦੀ ਰਹੂਗੀ ਤੇ ਇਹ ਸਾਰੇ ਦੱਸਦੇ ਰਹਿਣਗੇ। ਥੈਂਕ ਯੂ ਜੀ। ਬਿਲਕੁਲ, ਤਾਂ ਕਰਨੈਲ ਸਿੰਘ ਜੀ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਕਿ ਆਪਣੇ ਜ਼ਿਲ੍ਹੇ 'ਚੋਂ ਨਾਮ ਨਾ ਖੱਟਣਾ, ਆਪਣੇ ਸੂਬੇ 'ਚੋਂ ਨਾਮ ਨਾ ਖੱਟਣਾ ਜਾਂ ਫਿਰ ਆਪਣੇ ਦੇਸ਼ 'ਚੋਂ ਨਾਮ ਨਾ ਖੱਟਣਾ ਬਹੁਤ ਹੀ ਵੱਡੀ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਪਰ ਸਾਡੇ ਪੰਜਾਬੀਆਂ ਲਈ ਮਾਣ ਵਾਲੀ ਗੱਲ, ਪੰਜਾਬੀ ਕਮਿਊਨਿਟੀ ਲਈ ਮਾਣ ਵਾਲੀ ਗੱਲ ਉਦੋਂ ਬਣ ਜਾਂਦੀ ਹੈ ਕਿ ਜਦੋਂ ਸਾਡੇ ਪੰਜਾਬੀ ਪੰਜਾਬ 'ਚੋਂ ਜਾ ਕੇ 7 ਸਮੁੰਦਰ ਪਾਰ ਸਖਤ ਮਿਹਨਤਾਂ ਕਰਦੇ ਨੇ, ਉੱਥੇ ਜਾ ਕੇ ਇੰਨੀਆਂ ਕੁ ਬੁਲੰਦੀਆਂ ਹਾਸਲ ਕਰ ਲੈਂਦੇ ਨੇ ਕਿ ਬਾਹਰ ਜਾ ਕੇ ਉਹਨਾਂ ਨੂੰ ਵੱਡੇ ਵੱਡੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸੋ ਸਾਰੇ ਹੀ ਉਹ ਸਿੱਖ ਪਰਸਨ, ਸਾਰੇ ਹੀ ਪੰਜਾਬੀ ਕਮਿਊਨਿਟੀ ਦੇ ਉਹ ਮਾਣਮੱਤੀਆਂ ਸ਼ਖਸੀਅਤਾਂ ਵਧਾਈ ਦੀਆਂ ਪਾਤਰ ਨੇ, ਜਿਨ੍ਹਾਂ ਨੇ ਵੱਖੋ ਵੱਖਰੀਆਂ ਫੀਲਡਸ ਦੇ ਵਿੱਚ ਨਾਮਣਾ ਖੱਟੀ ਹੈ, ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਦੌਰਾਨ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸੋ ਸਾਰਿਆਂ ਨੂੰ ਇਸ ਮੰਚ ਤੋਂ ਬਹੁਤ ਬਹੁਤ ਵਧਾਈਆਂ ਜੀ। ਇਸ ਦੇ ਨਾਲ ਹੀ ਵਧਾਂਗੇ ਅਗਲੀ ਖਬਰ ਵੱਲ ਕਿ ਪਿਛਲੇ 3-4 ਹਫ਼ਤਿਆਂ ਦੇ ਦੌਰਾਨ ਅਸੀਂ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਕੁਝ ਖਬਰਾਂ, ਕੁਝ ਇਨਫੋਰਮੇਸ਼ਨਸ ਦਿੰਦੇ ਆਉਂਦੇ ਆ ਰਹੇ ਹੈ ਕਿ ਆਉਣ ਵਾਲੀ 1 ਜੁਲਾਈ ਤੋਂ ਕੁਝ ਕੁ ਵੀਜ਼ੇ ਨੇ ਜਿਨ੍ਹਾਂ ਦੇ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਸੋ ਅੱਜ ਉਹਨਾਂ ਬਾਰੇ ਵਿਸ਼ੇਸ਼ ਗੱਲਬਾਤ ਹੋਵੇਗੀ। ਕਰਨੈਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਦੱਸਦਾ ਥੋੜਾ ਜਿਹਾ ਨਵਦੀਪ। ਪ੍ਰਾਇਰ ਟੂ ਦੈਟ ਮੈਂ ਦੱਸ ਦਿਆਂ, ਡਾਕਟਰ ਰਣਜੀਤ ਸਿੰਘ ਗਿੱਲ ਉਹ ਇੰਡੀਆ ਤੋਂ ਸਪੈਸ਼ਲ ਪਹੁੰਚੇ ਹੋਏ ਸੀਗੇ। ਉਹਨਾਂ ਨੂੰ ਜਿਉਂ ਆ ਕਹਿਣ ਦੀ ਖਾਤਰ ਉਹਨਾਂ ਦੇ ਵਿਦਿਆਰਥੀਆਂ ਨੇ ਬੜਾ ਮਾਣ ਪ੍ਰਾਪਤ ਕਰਦਿਆਂ ਨੇ ਉਹਨਾਂ ਨੂੰ ਵੀ ਇੱਥੇ ਉਹਨਾਂ ਦੀ ਜਿਉਂ ਆ ਦੇ ਵਿੱਚ ਉਹਨਾਂ ਦੇ ਸਵਾਗਤ ਲਈ ਉੱਥੇ ਪ੍ਰੋਗਰਾਮ ਰੱਖਿਆ ਸੰਡੇ ਨੂੰ ਵੀ। ਸੋ ਹਾਂ, ਆਪਾਂ ਹੁਣ ਅੱਗੇ ਚੱਲੀਏ ਜਿੱਧਰ ਕਿ ਸਾਰਿਆਂ ਦਾ ਆਸਟ੍ਰੇਲੀਆ ਦਾ ਧਿਆਨ ਇੱਧਰ ਨੂੰ ਲੱਗਿਆ ਹੋਇਆ ਹੁੰਦਾ, ਕਿਉਂਕਿ 1 ਜੁਲਾਈ ਤੋਂ ਬਹੁਤ ਸਾਰੀਆਂ ਨੇ ਨਿਊਜ਼ ਆਪਾਂ ਕਿੰਨੀਆਂ ਕਰ ਦਈਏ ਵੀ ਐਵਰੀ ਡੇ ਹੀ ਸਮਝ ਲਓ ਵੀ ਕਰਨ ਵਾਲੀਆਂ ਹੁੰਦੀਆਂ, ਜਿਹਦੇ ਵਿੱਚ ਕਿ ਆਪਾਂ ਨੂੰ ਸਾਡਾ ਫਰਜ਼ ਬਣਦਾ ਕੋਈ ਗਲਤ ਰਸਤੇ ਨਾ ਪੈ ਜਾਵੇ ਜਾਂ ਬਿਨਾਂ ਹੀ ਘਰ ਘੱਟ ਆਪਣਾ ਛੱਡ ਦਿਓ ਤੁਸੀਂ, ਬਿਨਾਂ ਕੁਛ ਅਗਾਂਹ ਦੇਖੋ ਤੋਂ ਅੱਗੋਂ ਰਸਤਾ ਵੀ ਕਿੱਥੇ ਤੁਹਾਡੀ ਸਫਲਤਾ ਹੋ ਸਕਦੀ ਆ। ਸੋ ਆਸਟ੍ਰੇਲੀਆ 476 ਵੀਜ਼ਾ ਯੂ ਕੈਨ ਅਪਲਾਈ ਵਿਦਆਊਟ ਜੌਬ ਆਫਰ ਲੈਟਰ। ਦੇਖੋ, ਇਹ ਅੱਗੇ ਹੁੰਦਾ ਸੀ ਜੇ ਤੁਹਾਡੇ ਕੋਲ ਉਧਰ ਆਪਾਂ ਪਿਛਲੀ ਵਾਰੀ ਕਿਹਾ ਸੀ ਨਾ ਕੁਆਲੀਫਿਕੇਸ਼ਨ ਜੇ ਨਹੀਂ ਵੀ ਹੈਗੀ, ਜੇ ਐਕਸਪੀਰੀਅੰਸ ਹੈਗਾ ਦੈਟਸ ਓਕੇ, ਪਰ ਤੁਸੀਂ ਅਪਲਾਈ ਕਰ ਸਕਦੇ ਆ। ਤੇ ਉਹਦੇ ਨਾਲ ਇਹ ਸੀਗਾ ਵੀ ਫਾਈਨੈਂਸ਼ੀਅਲ ਜਿਹੜੀ ਤੁਹਾਨੂੰ ਅੱਗੇ ਦੇਣੀਆਂ ਪੈਂਦੀਆਂ ਸੀ ਸਟੇਟਮੈਂਟਸ ਸ਼ੋ ਕਰਨ ਵਾਸਤੇ, ਉਹ ਵੀ ਲੋੜ ਨਹੀਂ, ਕੰਮ ਆਉਣਾ ਚਾਹੀਦਾ, ਐਕਸਪੀਰੀਅੰਸ ਹੋਣਾ ਚਾਹੀਦਾ, ਨੋ ਪ੍ਰੀਵੀਅਸ ਵਰਕ ਐਕਸਪੀਰੀਅੰਸ ਰਿਕਾਰਡ ਹੋਣਾ, ਇਹ ਵੀ ਚੱਕ ਦਿੱਤਾ। ਮਿਨੀਮਮ ਆਈਲੈਟਸ ਰਿਕਾਰਡ ਕਰ ਦਿੱਤੀ ਆ 4.5 ਬੈਂਡ ਜਾਂ ਜਿੰਨੇ ਕੁ ਤੱਕ ਉਹ ਆਪਣੀ ਸੇਫਟੀ ਰੱਖ ਸਕਣ। ਸੋ ਯੂ ਕੈਨ ਅਪਲਾਈ ਵਿਦਆਊਟ ਜੌਬ ਆਫਰ। ਪਹਿਲਾਂ ਹੁੰਦਾ ਸੀ ਜੇ ਜੌਬ ਆਫਰ ਤੁਹਾਨੂੰ ਮਿਲ ਗਈ ਆ, ਸਾਡੇ ਜਿੰਨੇ ਵੀ ਕਿੱਤਾਵਾਰ ਨੇ ਚਾਹੇ ਐਗਰੀਕਲਚਰ ਯੂਨੀਵਰਸਿਟੀ ਦੇ ਨੇ, ਐਗਰੀਕਲਚਰ ਦੇ ਵਿੱਚ ਖਾਸ ਕਰਕੇ ਮੈਂ ਫੇਰ ਜ਼ਿਕਰ ਕਰਦੇ ਹਾਂ ਪ੍ਰੋਫੈਸਰ ਜੋਰਾ ਸਿੰਘ, ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਨੇ ਆਪਣਾ ਕਾਲਜ ਵੀ ਚਲਾਇਆ ਵੀ ਅਸੀਂ ਜਦੋਂ ਇੱਥੇ ਐਗਰੀਕਲਚਰ ਦੇ ਗ੍ਰੈਜੂਏਟ ਤਿਆਰ ਕਰਦੇ ਆ 8000 ਦੀ ਲੋੜ ਹੈ ਤੇ 1000 ਮਸੀ ਪੂਰਾ ਹੁੰਦਾ, ਫਿਰ 7000 ਦੀ ਹਮੇਸ਼ਾ ਲੋੜ ਹੀ ਰਹਿੰਦੀ ਆ। ਸੋ ਤੁਸੀਂ ਇੱਧਰ ਜ਼ਰੂਰ ਜਿਹੜੇ ਕੀਤੇ ਆ ਸਾਰੇ ਚੁਣੋ। ਪੰਜਾਬੀ ਦੇ ਵਿੱਚ ਮਾਰਿਆ ਬੜਾ ਰੈਲੇਵੈਂਟ ਕੀਤਾ ਆ ਆਸਟ੍ਰੇਲੀਆ ਦੇ ਨਾਲ। ਆਸਟ੍ਰੇਲੀਆ ਵੀ ਖੇਤੀ ਪ੍ਰਧਾਨ ਦੇਸ਼ ਆ, ਬਹੁਤ ਬੜੀ ਖੇਤੀ ਕਰਦਾ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੌਬ ਆਫਰ ਲੈਟਰ ਤੁਹਾਨੂੰ ਕਿਤੋਂ ਵੀ ਮਿਲ ਜਾਵੇ, ਫਾਰਮਰ ਤੋਂ ਜਾਂ ਕਿਸੇ ਕੰਪਨੀ ਤੋਂ। ਅੱਗੇ ਇਹ ਹੁੰਦਾ ਸੀ, ਹੁਣ ਉਹ ਤੋਂ ਬਗੈਰ ਵੀ ਜੋ ਕੁਆਲੀਫਿਕੇਸ਼ਨ ਹੈਗੀ ਆ ਤੁਸੀਂ ਅਪਲਾਈ ਕਰ ਦਿਓ, ਤੁਹਾਨੂੰ ਆਪ ਹੀ ਜੌਬਾਂ ਦੇ ਦੇਣਗੀਆਂ, ਜਿੱਦਾਂ ਇੰਡੀਡ ਆ ਜਾਂ ਸੀਕ ਆ। ਤੁਸੀਂ ਦੇਖੋ ਉੱਥੇ ਬੈਠੇ ਹੀ ਹਰਿਆਣਾ ਪੰਜਾਬ ਬੈਠੇ ਜੌਬ ਦੇ ਲਈ ਕੋਈ ਬੈਨ ਨਹੀਂ ਹੈਗਾ, ਸਿਰਫ ਸਟੂਡੈਂਟ ਤੇ ਆਪਾਂ ਕਹਿੰਦੇ ਸੀ ਫਾਲਸ ਕਰਕੇ ਥੋੜਾ ਜਿਹਾ ਬੈਨ ਆ। ਵਰਕ ਪਰਮਿਟ ਵਾਲਿਆਂ ਨੂੰ ਕੋਈ ਬੈਨ ਨਹੀਂ, ਸੁਦੇ ਵਰਕ ਪਰਮਿਟ, ਮੈਂ ਦੁਆਬੇ ਦੀ ਪੰਜਾਬੀ ਦੱਸ ਰਿਹਾ, ਸੁਦੇ ਵਰਕ ਪਰਮਿਟ ਖੁੱਲੇ ਤੌਰ ਤੇ ਜੇ ਤੁਸੀਂ ਕੁਆਲੀਫਾਈ ਕਰਦੇ ਆ ਬਿਨਾਂ ਪੈਸਿਆਂ ਤੋਂ, ਥੋੜੀ ਜਿਹੀ ਫੀਸ $500 ਲੱਗਣਾ, ਕੁਆਲੀਫਾਈ ਕਰਦੇ ਆ ਆਪਣੇ ਤੁਹਾਡੇ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਤੋਂ। ਸਾਡੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਵੀ ਮਾਈਗ੍ਰੇਸ਼ਨ ਏਜੰਟ ਆ ਜਾਂ ਇੰਡੀਅਨ ਵੀ ਆ, ਉਹ ਵੀ ਆਸਟ੍ਰੇਲੀਅਨ ਵਾਂਗੂ ਵਧੀਆ ਕੰਮ ਕਰਦੇ ਆ। ਉਹਨਾਂ ਦੀ ਜਿੰਨੀ ਫੀਸ ਬਣਦੀ ਆ ਉਹ ਜ਼ਰੂਰ ਦਿਓ, ਉਹਨਾਂ ਨਾਲ ਸਲਾਹ ਕਰਕੇ
ਤੁਸੀਂ ਇਹ ਕਰ ਸਕਦੇ। ਇਹਦੇ ਵਿੱਚ ਹੈਗਾ ਫॉर ਇੰਜੀਨੀਅਰਿੰਗ ਗ੍ਰੈਜੂਏਟਸ ਹੂ ਗ੍ਰੈਜੂਏਟਡ ਇਨ ਲਾਸਟ 2 ਈਅਰ, ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਗ੍ਰੈਜੂਏਟ ਹੋ ਇੰਜੀਨੀਅਰਿੰਗ ਦੇ ਸਾਰੇ ਹੀ ਫੀਲਡ ਆ, ਕਿਸੇ ਵੀ ਸਾਈਡ ਦਾ ਕੋਈ ਇੰਜੀਨੀਅਰ ਹੋਵੇ, ਚਾਹੇ ਆਟੋਮੋਬਾਈਲ ਦਾ ਚਾਹੇ ਕੋਈ ਹੋਰ ਆ, ਬਹੁਤ ਸਾਰੇ ਨੇ, ਸਿਵਲ ਇੰਜੀਨੀਅਰਿੰਗ ਆ, ਬਹੁਤ ਸਾਰੇ। ਹੋਮ ਅਫੇਅਰ ਦੀ ਸਾਈਟ ਜ਼ਰੂਰ ਚੈੱਕ ਕਰਿਆ। ਅੱਗੇ ਹੈਗਾ ਸਿਵਲ ਸਟਰਕਚਰਲ ਕੈਮੀਕਲ ਇਲੈਕਟ੍ਰੋਨਿਕਸ ਮਾਈਨਿੰਗ ਇੰਜੀਨੀਅਰ। ਮਾਈਨਿੰਗ ਇੰਜੀਨੀਅਰ ਦੀ ਤਾਂ ਬਹੁਤ ਹੀ ਮਤਲਬ ਕਿ ਟਿਕਟਾਂ ਵੀ ਦੇਣ ਨੂੰ ਤਿਆਰ ਹੋ ਜਾਂਦੇ ਆ, ਅਕਮੋਡੇਸ਼ਨ ਵੀ ਦੇਣ ਨੂੰ ਤਿਆਰ ਹੁੰਦੇ ਆ, ਕਿਉਂਕਿ ਮਾਈਨਸ ਦਾ ਕੰਮ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਫਿਊਚਰ ਆ। ਇਹਦੇ ਵਿੱਚ ਇਹਨਾਂ ਵਿਸ਼ਿਆਂ ਦੇ ਲਈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ, ਏਜ ਸਿਰਫ 31 ਤੋਂ ਥੱਲੇ ਚਾਹੀਦੀ ਆ। ਫਿਰ ਵੀ ਆਪਣੇ ਦਾ ਡਿਗਰੀਆਂ ਕਰਕੇ ਮੁੰਡੇ ਪਿਓਨ ਵੀ ਉੱਥੇ ਅਪਲਾਈ ਕਰ ਰਹੇ ਆ, ਚਪਰਾਸੀ ਲੱਗਣ ਲਈ ਵੀ ਕਰ ਦਿੰਦੇ 22 23 24 ਸਾਲ ਦੇ। ਸੋ ਤੁਸੀਂ ਉਹ ਜ਼ਰੂਰ ਅਪਲਾਈ ਕਰੋ। ਇਹ ਬਹੁਤ ਸ਼ਾਰਟ ਸਕਿੱਲ ਆ। ਇਹ ਜਿਹੜੇ ਵਿਜੇ ਆ ਕਾਫੀ ਲੰਬੇ ਅੱਗੋਂ ਵਧਾਉ ਜਾਣਗੇ ਤੇ ਪਾਥਵੇ ਟੂ ਪੀਆਰ ਜਾਣਗੇ। ਸੋ ਇਹਦੇ ਨਾਲ ਦੀਆਂ ਹੀ ਹੋਰ ਵੀ ਹੈਗੀਆਂ ਵੀ ਹੈਲਥ ਕੇਅਰ ਅਸਿਸਟੈਂਟ ਸਕਿੱਲ ਅਸੈਸਮੈਂਟ ਆਸਟ੍ਰੇਲੀਆ ਨੇ ਕਰ ਦਿੱਤੀ ਆ। ਜੇ ਤੁਸੀਂ ਅਸਿਸਟੈਂਟ ਆ ਹੈਲਥ ਕੇਅਰ ਦੇ ਵਿੱਚ, ਮਸਟ ਫਾਈਂਡ ਜੌਬ ਓਵਰਸੀਜ਼ ਅਸਿਸਟੈਂਟ ਵਿਦ ਸਕਿੱਲ ਅਸੈਸਮੈਂਟ। ਜੇ ਤੁਹਾਨੂੰ ਉੱਥੇ ਕੋਈ ਜੌਬ ਦਿੰਦਾ ਆ, ਉਹਦੇ ਵਿੱਚ ਵੀ ਅਨਲਿਮਿਟਿਡ ਘੰਟੇ ਆ ਤੇ ਕੰਮ ਆ ਤੇ 2 ਸਾਲਾਂ 'ਚ ਉਹ 'ਚ PR ਆ। ਆਨਲਾਈਨ ਐਪਲੀਕੇਸ਼ਨ ਲਾਓ ਉੱਥੋਂ ਹੀ, ਤੁਸੀਂ ਇੱਥੇ ਬੈਠੇ ਹੀ ਆਪਣੇ ਘਰ ਬੈਠੇ ਆਨਲਾਈਨ ਐਪਲੀਕੇਸ਼ਨ ਲਾਓ। ਨਰਸਸ ਆਰ ਐਨਕਰੇਜਡ ਟੂ ਅਪਲਾਈ। ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਦਿੱਤਾ ਗਿਆ, ਉਹਨਾਂ ਨੂੰ ਹੌਸਲਾ ਦਿੱਤਾ। ਉਹਨਾਂ ਨੂੰ ਉਹ ਕਹਿ ਰਹੇ ਆ ਵੀ ਵੱਧ ਤੋਂ ਵੱਧ ਨਰਸਾਂ ਜਿਹੜੀਆਂ ਅਪਲਾਈ ਕਰੋ। ਬਹੁਤ ਛੋਟੇ ਆ, ਮਿਨੀਮਮ ਸਰਟੀਫਿਕੇਟ 3, ਕੋਈ ਡਿਗਰੀ ਨਹੀਂ, ਕੋਈ ਖਾਸ ਨਹੀਂ, ਸਰਟੀਫਿਕੇਟ ਇੱਕ 3 ਹੁੰਦਾ। ਬਹੁਤ ਈਜ਼ੀ ਆ, ਆਨਲਾਈਨ ਵੀ ਹੋ ਜਾਂਦਾ, ਸਾਰੇ ਕਿਤੇ ਤੁਸੀਂ ਕਰ ਸਕਦੇ ਆ। ਆਸਟ੍ਰੇਲੀਆ ਦੀ ਸਟੱਡੀ ਵੀ ਕਰ ਸਕਦੇ ਆ ਰੈਲੇਵੈਂਟ ਫੀਲਡ ਦੇ ਵਿੱਚ। ਓਵਰਸੀਜ਼ 12 ਮੰਥ ਪੇਡ ਹੁੰਦਾ, ਫੁੱਲ ਟਾਈਮ ਵਰਕ ਵੀ ਉਹ ਤੁਹਾਨੂੰ ਦੇਣਗੇ 12 ਮਹੀਨੇ ਦਾ। ਕੋਸਟ ਆਫ ਅਸੈਸਮੈਂਟ ਜਿਹੜੀ ਆ $545 ਸਾਰੀ ਉਹਦੀ ਜੀ ਜੀ। ਤੁਸੀਂ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਹੈਗੀ। ਇਹ ਤਾਂ ਸਾਰਾ 26-27 ਹਜ਼ਾਰ ਰੁਪਈਆ ਮੈਨੂੰ ਲੱਗਦਾ ਬਣਦਾ। ਓਨਲੀ ਐਪਲੀਕੇਸ਼ਨ ਫॉर ਨਰਸਿੰਗ ਸਪੋਰਟ ਆਫਿਸਰ ਐਂਡ ਪਰਸਨਲ ਕੇਅਰ। ਕਿਸੇ ਦੇ ਬਜ਼ੁਰਗਾਂ ਦੀ ਜਾਂ ਹੋਰ ਕਿਸੇ ਦੀ ਜਾਂ ਡਿਸੇਬਲਡ ਆ ਜਾਂ ਬਹੁਤ ਸਾਰੀ ਫੀਲਡ ਆ ਜਾਂ ਸਟੂਡੈਂਟ ਆ, ਉਹਨਾਂ ਨੂੰ ਪਰਸਨਲ ਅਸਿਸਟੈਂਟ ਦੀ ਵੀ ਲੋੜ ਆ। ਸੋ ਨੋ ਅਸੈਸਮੈਂਟ ਨੀਡ ਇਫ ਕੁਆਲੀਫਿਕੇਸ਼ਨ ਇਜ਼ ਓਬਟੇਨ। ਜੀ ਹਾਂ, ਜੇ ਕੁਆਲੀਫਿਕੇਸ਼ਨ ਹੈਗੀ ਆ ਫਿਰ ਅਸੈਸਮੈਂਟ ਦੀ ਵੀ ਉਹਨਾਂ ਨੇ ਲੋੜ ਨਹੀਂ ਚੈੱਕ ਕੀਤੀ ਆ। ਸੇ ਬਹੁਤ ਸਾਰੀ ਜਾਣਕਾਰੀ ਲਈ ਪ੍ਰੋਗਰਾਮ ਆਪਣਾ ਲੰਬਾ ਹੋ ਜਾਂਦਾ। ਉਹ ਸਾਰੇ ਆਪਣੇ ਮਾਹਰਾਂ ਨਾਲ ਆਪਣੇ ਜਿੰਨੇ ਵੀ ਸੋਲਿਸਟਰ ਆ ਹੋਮ ਸਾਈਟ ਦੀ ਜਾ ਕੇ ਤੁਸੀਂ ਹੋਮ ਫੇਅਰ ਦੀ ਸਾਈਟ ਤੇ ਜਾ ਕੇ ਚੈੱਕ ਕਰਕੇ ਬਹੁਤ ਸਾਰੇ ਹੈਗੇ ਆ ਰੁਜ਼ਗਾਰ ਆਪਣਾ ਦੁਨੀਆ ਤੇ ਕਿਤੇ ਵੀ ਕਰ ਸਕਦੇ ਆ। ਪਰ ਇਦਾਂ ਨਹੀਂ ਹੈਗੇ ਕਿ ਹੁਣ ਆਪਣੀਆਂ ਜੜ੍ਹਾਂ ਤੋਂ ਆਪਣਾ ਬੇਸ ਸਾਰਾ ਬੇਸ ਕੱਟ ਗਿਆ, ਇਦਾਂ ਨਹੀਂ ਕਰਨੀ। ਥੈਂਕਸ ਜੀ ਜੀ, ਬਿਲਕੁਲ। ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਦੌਰਾਨ ਇੱਕ ਖਬਰ ਬੇਹੱਦ ਹੀ ਸੁਰਖੀਆਂ ਦਾ ਹਿੱਸਾ ਬਣੀ ਰਹੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਜਥੇਦਾਰ ਰਘੁਵੀਰ ਸਿੰਘ ਨੂੰ ਉਹਨਾਂ ਦਾ ਅਹੁਦਾ ਦੇ ਦਿੱਤਾ ਗਿਆ ਤੇ ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ, ਜਿਸ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ। ਪਰ ਕਈਆਂ ਨੂੰ ਇਹ ਗੱਲ ਕਹੀ ਗਈ ਕਿ ਇੰਨੀ ਛੇਤੀ ਫੈਸਲਾ ਕਿਉਂ ਲੈ ਲਿਆ ਗਿਆ, ਜਦਕਿ ਜਥੇਦਾਰ ਸਾਹਿਬ ਵੱਲੋਂ ਆਪ ਵੀ ਇਹ ਗੱਲ ਕਹੀ ਗਈ ਕਿ ਇੰਨੀ ਛੇਤੀ ਤਾਂ ਕੋਈ ਦਰਜਾ 4 ਕਰਮਚਾਰੀਆਂ ਨੂੰ ਨਹੀਂ ਹਟਾਉਂਦਾ ਜਿੰਨੀ ਛੇਤੀ ਤੁਸੀਂ ਇੱਕ ਜਥੇਦਾਰ ਨੂੰ ਹਟਾ ਦਿੱਤਾ। ਤਾਂ ਬਾਹਰਲੇ ਮੁਲਕਾਂ ਵਿੱਚੋਂ ਵੀ ਵੱਖ-ਵੱਖ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਤਾਂ ਮੈਂ ਆਸਟ੍ਰੇਲੀਆ ਵਾਸੀਆਂ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਨੀ ਚਾਹਾਂਗੀ ਕਿ ਬਹੁਤ ਸਾਰੀਆਂ ਉੱਥੇ ਗੁਰੂ ਘਰ ਦੀਆਂ ਕਮੇਟੀਆਂ ਨੇ, ਬਹੁਤ ਸਾਰੇ ਗੁਰੂ ਘਰ ਨੇ, ਵੱਖਰੀਆਂ ਪ੍ਰਬੰਧਕ ਕਮੇਟੀਆਂ ਜੁੜੀਆਂ ਹੋਈਆਂ ਨੇ। ਤਾਂ ਉਹਨਾਂ ਪ੍ਰਬੰਧਕ ਕਮੇਟੀਆਂ ਦਾ ਕੀ ਕਹਿਣਾ ਹੈ ਇਸ ਫੈਸਲੇ ਬਾਰੇ? ਨਵਦੀਪ, ਇਹ ਮਸਲਾ ਬਹੁਤ ਹੀ ਸੰਜੀਦਾ, ਕਾਫੀ ਦੇਰ ਤੋਂ ਅਸੀਂ ਦੇਖਦੇ ਆਏ ਹਾਂ। ਸਾਡੇ ਤੋਂ ਵਡੇਰਿਆਂ ਨੇ ਵੀ ਦੇਖਿਆ ਹੋਣਾ। ਜੇ ਅਸੀਂ ਦੇਖੀਏ ਕੈਨੇਡਾ ਤੋਂ ਲੈ ਲਓ, ਇੰਗਲੈਂਡ ਤੋਂ ਲੈ ਲਓ, ਅਮਰੀਕਾ ਲੈ ਲਓ, ਆਸਟ੍ਰੇਲੀਆ ਲੈ ਲਓ, ਵੀ 100 ਸਾਲ ਤੋਂ ਉੱਪਰ ਗੁਰੂ ਘਰ ਸਥਾਪਿਤ ਹੋ ਚੁੱਕੇ ਆ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਸਾਡੇ ਪੁਰਖਿਆਂ ਨੇ ਆ ਕੇ ਲੜਾਈਆਂ ਦੇ ਦੌਰਾਨ ਵੀ ਤੇ ਉਹ ਤੋਂ ਬਾਅਦ ਵੀ, ਤੇ ਆਪਣਾ ਧਰਮ ਨੂੰ ਸਭ ਤੋਂ ਸੁਪਰ ਰੱਖਿਆ, ਧਰਮ ਦੀ ਸੀਟ ਨੂੰ ਇੱਦਾਂ ਹੀ ਜਿੱਦਾਂ ਤੁਸੀਂ ਦੱਸਿਆ ਅਕਾਲ ਤਖਤ ਨੂੰ ਸਭ ਤੋਂ ਉੱਪਰ ਅਸੀਂ ਸਮਝਦੇ ਰਹੇ ਤੇ ਉਹਦੇ ਹੁਕਮ ਅਨੁਸਾਰ ਮਸਲੇ ਜਦੋਂ ਉਲਝ ਜਾਂਦੇ ਆ ਤਾਂ ਉਹ ਸੁਲਝਾਉਂਦੇ ਆ ਤੇ ਉਹ ਬਾਖੂਬੀ ਉਹ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹੇ ਆ। ਚਾਹੇ ਜਿੰਨਾ ਵੀ ਕਿਤੇ ਲੋਕਲ ਗਵਰਨਮੈਂਟਾਂ ਦਾ ਪ੍ਰੈਸ਼ਰ ਹੋਵੇ ਜਾਂ ਕੁਛ ਵੀ ਹੋਵੇ, ਡਜ਼ ਨਾਟ ਮੈਟਰ। ਪਰ ਉਹਨਾਂ ਨੂੰ ਅਸੀਂ ਦੇਖਦੇ ਹਾਂ ਵੀ ਜਦੋਂ ਤੋਂ ਕੁਛ ਇੱਕ ਪਰਿਵਾਰ ਹੀ ਆਪਣੀ ਮਰਜ਼ੀਆਂ ਦੇ ਨਾਲ ਇਹਨਾਂ ਸੀਟਾਂ ਦਾ ਨਰਾਦਰ ਜਿਹਾ ਹੋਈ ਜਾਂਦਾ ਆ, ਜਿੱਦਾਂ ਉਹ ਬੜੇ ਹੀ ਉਸਲੇ ਸਾਨੂੰ ਆਪਣੇ ਆਪ ਦੇ ਵਿੱਚ ਇਹ ਹਰਾਸਮੈਂਟ ਜਿਹੀ ਮਹਿਸੂਸ ਹੁੰਦੀ ਆ ਵੀ ਬਾਹਰ ਵਾਲੇ ਸਿੱਖਾਂ ਦੀ, NRIs ਦੀ ਕੋਈ ਹੈ ਹੀ ਨਹੀਂ ਸੁਣਵਾਈ, ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ। ਜਿਹਦੇ ਵਿੱਚ ਕਿ ਬਹੁਤ ਸਾਰੇ ਜੱਜਸ ਇੰਗਲੈਂਡ ਦੇ ਵਿੱਚ
ਰਿਟਾਇਰ ਹੋ ਰਹੇ ਆ, ਨਾਮਵਰ ਹਸਤੀਆਂ ਆ, ਇੰਟਰਨੈਸ਼ਨਲ ਮੋਨਟਰੀ ਫੰਡ ਤੱਕ ਦੀਆਂ, ਜਾਂ ਇਦਾਂ ਹੀ ਬਹੁਤ ਸਾਰੀਆਂ ਕਮੇਟੀਆਂ ਜਿਨ੍ਹਾਂ ਨੇ ਕਿ ਇੰਨੇ ਨਾਮਣੇ ਖੱਟੇ ਆ, ਖਾਲਸਾ ਏਡ ਵਰਗੀਆਂ, ਯੂਨਾਈਟਿਡ ਸਿੱਖਸ ਵਰਗੀਆਂ ਹੋਰ ਸੰਸਥਾਵਾਂ ਕਿ ਉਹਨਾਂ ਨੂੰ ਅੱਖੋਂ ਹੀ ਪਰੋਖੇ ਕੀਤਾ ਜਾ ਰਿਹਾ। ਵੱਡੇ ਵੱਡੇ ਵਿਗਿਆਨੀ ਆ ਸਾਰੇ ਫੀਲਡਾਂ 'ਚ, ਜੇ ਦੇਖਿਆ ਜਾਵੇ ਫਿਰ ਵੀ ਆਪਣੇ ਆਪਣੇ ਫੀਲਡਾਂ 'ਚੋਂ ਆ ਵੀ ਡਾਕਟਰ, ਇੰਜੀਨੀਅਰ, ਵਕੀਲ ਸਾਰੇ ਹੀ ਚਾਹੇ ਪਲੇਅਰਸ ਨੇ, ਉਹ ਸਾਰੇ ਗੁਰੂ ਘਰ ਨਤਮਸਤਕ ਹੁੰਦੇ ਆ। ਜਦੋਂ ਉਹ ਦੇਖਦੇ ਆ ਇੱਦਾਂ ਦੀਆਂ ਖਬਰਾਂ ਤਾਂ ਸਾਡਾ ਸਿਰ ਥੋੜਾ ਝੁਕਦਾ ਅੱਜ ਕੱਲ ਦੇ ਜੋ ਰੂਟੀਨ ਚੱਲਦੀ ਪਈ ਆ ਐਵਰੀ 3 ਮੰਥ 2 ਮੰਥ। ਉਹ ਫਿਰ ਗਵਰਨਮੈਂਟਾਂ ਨੂੰ ਇੱਥੇ ਵੀ ਇਦਾਂ ਹੁੰਦੀ ਆ, ਰਿਸੀਵਰ ਕਈ ਵਾਰੀ ਲੱਗ ਗਏ ਉਹਨਾਂ ਨੂੰ ਮੌਕਾ ਮਿਲ ਜਾਂਦਾ। ਇਹ ਸਾਡੀਆਂ ਹੀ ਗਲਤੀਆਂ ਦੇ ਨਾਲ ਹੀ ਹੋ ਰਿਹਾ। ਮੈਂ ਇੱਥੇ ਵਰਣਨ ਕਰਨਾ ਚਾਹੁੰਦਾ ਆ ਕ੍ਰਾਈਸਚੀਅਨ ਕਿੱਦਾਂ ਚੂਜ਼ ਕਰਦੇ ਪੌਪ ਨੂੰ ਥੋੜਾ ਜਿਹਾ। ਸਾਡਾ ਤਾਂ ਉਹਨਾਂ ਤੋਂ ਬਹੁਤ ਮਾਣਮੱਤਾ ਇਤਿਹਾਸ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਨੇ ਆਪੇ ਗੁਰਚੇਲਾ ਦਾ ਸਿਧਾਂਤ ਦੇ ਕੇ 5 ਤੋਂ ਫਿਰ ਆਪ ਅੰਮ੍ਰਿਤ ਲਿਆ। ਇਹ 5 ਪਿਆਰਿਆਂ ਨੂੰ ਬਲਬਡ ਨੂੰ ਤੋਂ ਬਾਅਦ ਉਹ ਇੱਕ ਸੀਟ ਸੁਪਰੀਮ ਜਿਹੜੀ ਅਸੀਂ ਲੈ ਸਕਦੇ ਹਾਂ, ਜਿਹੜੀ ਕਿ ਸਭ ਤੋਂ ਸੁਪਰ ਸੀਟ ਜਿਹੜੀ ਹੈਗੀ, ਜਿਨ੍ਹਾਂ ਨੂੰ ਕਿ ਕੁਛ ਕੁ ਬੰਦੇ ਹੁਣ ਆਪਣੇ ਮਾਰੇ ਹੀ ਨਾਮਜ਼ਦ ਕਰ ਦਿੰਦੇ ਆ, ਜਦ ਕਿ ਹਰੇਕ ਪੰਥ ਦਰਦੀਆਂ ਦੀ ਬਾਹਰੋਂ ਇਦਾਂ ਹੀ ਕ੍ਰਿਸਚੀਅਨ ਦੇ ਵਿੱਚ ਇਦਾਂ ਹੁੰਦਾ। ਦੇਖੋ ਨਵਦੀਪ, ਮੈਂ ਨਹੀਂ ਕਹਿ ਰਿਹਾ ਵੀ ਮੈਨੂੰ ਬਹੁਤ ਸਟਰੈਂਥ ਹੈ, ਮੈਨੂੰ ਬਹੁਤ ਨੌਲੇਜ ਆ। ਜਿੰਨੀ ਕਿ ਮੈਂ ਸ਼ੇਅਰ ਕੀਤੀ, ਸਾਲ ਬਾਅਦ ਇੱਕ ਮੀਟਿੰਗ ਹੁੰਦੀ ਆ ਸਾਰੇ ਧਰਮਾਂ ਦੇ ਵਿੱਚ, ਮੈਨੂੰ ਜਾਣ ਦਾ ਮੌਕਾ ਮਿਲਿਆ। ਉਹਦੇ ਵਿੱਚ ਉਹ ਇਦਾਂ ਕਰਦੇ ਆ ਬਈ ਜਦੋਂ ਉਹ ਚੁਣਦੇ ਨਾ ਆਪਣਾ ਪੌਪ ਵੈਟੀਕਨ ਦੇ ਵਿੱਚ, ਜਦੋਂ ਦੇਖਦੇ ਆ ਉੱਥੇ ਉਹ 3-4 ਦਿਨਾਂ ਤੋਂ ਸਾਰਿਆਂ ਨੂੰ ਇੱਕ ਜਗ੍ਹਾ ਬੰਦ ਕਰ ਦਿੰਦੇ ਆ, ਸਾਰੇ ਦੇਸ਼ਾਂ ਚੋਂ ਲਿਆ ਕੇ। ਜਿੰਨੇ ਉਹਦੇ ਪ੍ਰੀਸਟ ਹੁੰਦੇ ਆ, ਗ੍ਰੰਥੀ ਹੁੰਦੇ ਆ, ਧਾਰਮਿਕ ਖੇਤਰ ਦੇ ਬੰਦੇ ਹੁੰਦੇ ਆ, ਉਹਨਾਂ ਦੀ ਰਿਕਮੈਂਡੇਸ਼ਨ ਲੈ ਕੇ, ਜਿੱਦਾਂ ਹੁਣ 10 ਕੁ ਬੰਦੇ ਬ੍ਰਾਜ਼ੀਲ ਚੋਂ ਲੈ ਲਿਆ, ਸਾਰੇ ਧਰਮਾਂ ਦੇ ਸਾਰੇ ਹੀ ਚਰਚਾਂ ਦੇ ਬਹੁਤ ਸਾਰੇ ਚਰਚ ਇਹਨਾਂ ਦੇ, ਕਿਤੇ ਖੋਜ ਕਰਕੇ ਦੇਖੋ, ਸਾਰੇ ਉੱਥੇ ਸੱਦ ਕੇ ਉਹਨਾਂ ਨੂੰ 3-4 ਦਿਨ ਉੱਥੇ ਕਮਰੇ 'ਚ ਬੰਦ ਰੱਖਦੇ ਆ। ਉਹਨਾਂ ਨੂੰ ਖਾਣ ਪੀਣ ਨੂੰ ਵੀ ਬਹੁਤਾ ਨਹੀਂ ਕੁਛ ਦਿੱਤਾ ਜਾਂਦਾ, ਉਹ ਆਪਣਾ ਭਜਨ ਬੰਦਗੀ ਕਰਦੇ ਆ। ਫਿਰ ਉਹਨਾਂ ਦੇ ਇੱਕ ਧੂਫ ਬੱਤੀ ਜਿੱਦਾਂ ਗੂਗਲ ਹੁੰਦੀ ਆ, ਇੱਕ ਬਾਰੂਕ ਉਹਨੂੰ ਕਹਿੰਦੇ ਆ, ਕਮਰੇ 'ਚ ਬੰਦ ਕਰਕੇ ਉੱਥੇ ਇੱਕ ਬੱਤੀ ਬਾਲਦੇ ਆ, ਹਰੇਕ ਦੇ ਮੂਹਰੇ ਧੂਫ ਬਾਲਦੇ ਆ। 5 ਪਿਆਰੇ ਹੁੰਦੇ ਆ ਉਹਨਾਂ ਦੇ ਬਲਬਡ, ਉਹ 5 ਜਿਹੜੇ ਬਿਸ਼ਪ ਉਹਨਾਂ ਨੂੰ ਕਹਿੰਦੇ ਆ। ਉਹ ਜੋ ਜਾਂਦੇ ਆ, ਜਿਹਦਾ ਧੂੰਆਂ ਆਲੇ ਦੁਆਲੇ ਨੂੰ ਜਾਂਦਾ ਉਹਨੂੰ ਨਹੀਂ ਚੁਣਦੇ। ਹੈ ਤਾਂ ਜੋ ਮਰਜ਼ੀ ਗੱਲਾਂ, ਮੈਂ ਨਹੀਂ ਕਹਿ ਰਿਹਾ, ਪਰ ਜਿਹਦਾ ਕਹਿੰਦੇ ਉਹ ਸਿੱਧਾ ਧੂੰਆਂ ਜਾਂਦਾ ਉਹਨੂੰ ਉਹ ਚੁਣ ਲੈਂਦੇ ਆ। ਚਾਹ ਕਹਿ ਲਓ ਪਰਚੀ ਸਿਸਟਮ, ਆਪਾਂ ਵੀ ਕੁਛ ਕਰ ਸਕਦੇ ਹਾਂ, ਸਾਡੀ ਕੌਮ ਵੀ ਕਰ ਸਕਦੇ। ਅਸੀਂ ਬਾਹਰੋਂ ਬਾਹਰ ਵਾਲੇ ਸਾਰਿਆਂ ਹੀ ਪੰਥ ਅਰਦੀਆਂ ਦੀ, ਹਾਮ ਖਿਆਲੀਆਂ ਦੀ, ਸਿੱਖਾਂ ਦੀ ਇਹ ਪੁਰਜੋਰ ਅਪੀਲ ਆ ਵੀ ਬਾਹਰ ਵਾਲੇ ਸਿੱਖਾਂ ਨੂੰ ਹਰੇਕ ਦੇਸ਼ ਦੇ ਵਿੱਚੋਂ 5-7 ਬੰਦੇ ਜ਼ਰੂਰ ਲੈ ਕੇ ਇਹ ਗਾਹਾਂ ਵਾਸਤੇ ਕੋਈ ਸਿਲੈਕਸ਼ਨ ਹੋਵੇ ਤਾਂ ਕਮੇਟੀ ਜ਼ਰੂਰ ਬਣਾ ਲੈਣੀ ਚਾਹੀਦੀ ਆ। ਹੁਣ ਅਤਿਅੰਤ ਲੋੜ ਆ। ਕੱਲਾ ਉੱਥੇ ਥੋੜਾ ਜਿਹਾ ਮਸਲਾ, ਜੇ ਗਵਰਨਮੈਂਟਾਂ ਨਹੀਂ ਕਰਦੀਆਂ, ਤੁਸੀਂ ਆਪ ਵੀ ਇੱਕ ਆਪਣੀ ਇੰਡੀਪੈਂਡੈਂਟ ਸੰਸਥਾ ਕਾਇਮ ਕਰ ਸਕਦੇ ਆ। 1920 ਜਾਂ 25 ਦੇ ਵਿੱਚ ਆਪਾਂ ਨੂੰ ਇਹ ਆਜ਼ਾਦੀ ਇੱਕ ਕਿਸਮ ਦੀ ਦੇ ਦਿੱਤੀ ਸੀ ਗੋਰਿਆਂ ਨੇ। ਸਾਨੂੰ ਤਾਂ ਸਿੱਖਾਂ ਨੂੰ ਆਜ਼ਾਦੀ ਮਿਲ ਗਈ ਸੀ। ਵਿੱਚ ਹਰਿਆਣਾ, ਦਿੱਲੀ ਸਾਰੇ ਗੁਰਦੁਆਰਿਆਂ ਨੂੰ ਉਹਨਾਂ ਨੇ ਤੁਹਾਡਾ ਗੁਰਦੁਆਰਾ ਐਕਟ ਬਣਾ ਦਿੱਤਾ। ਅਸੀਂ ਉਹਨੂੰ ਇੱਕ ਸੰਭਾਲਿਆ ਜਾਂ ਇੱਕੋ ਪਾਰਟੀ ਤੱਕ ਸੀਮਤ ਰੱਖਿਆ। ਸਿੱਖ ਤਾਂ ਹਰੇਕ ਪਾਰਟੀਆਂ 'ਚ ਬੈਠੇ ਆ, ਸਿੱਖ ਹਰੇਕ ਸੰਸਥਾਵਾਂ 'ਚ ਬੈਠੇ ਆ। ਉਸ ਵੇਲੇ ਵੰਡੀਆਂ ਜਿਹੜੀਆਂ ਪੈ ਜਾਂਦੀਆਂ। ਸੋ ਇਸੇ ਤਰ੍ਹਾਂ ਬਾਹਰ ਵਾਲਿਆਂ ਦੀ ਤਰਜ਼ ਤੇ ਅਸੀਂ ਇਹੀ ਚਾਹੁੰਦੇ ਆ, ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜਿਹੜਾ ਸਿਧਾਂਤ ਆਪੇ ਗੁਰਚੇਲਾ ਬਾਹੋ ਗੋਬਿੰਦ ਸਿੰਘ 5 ਪਿਆਰਿਆਂ ਤੋਂ ਫਿਰ ਉਹ ਇੱਦਾਂ ਦੀ ਇੱਕ ਵਿਉਂਤਬੰਦੀ ਬਣਾ ਲੈਣੀ ਚਾਹੀਦੀ ਆ। ਕੋਡ ਆਫ ਕੰਡਕਟ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਇਸੇ ਸਾਨੂੰ ਬਹੁਤ ਮਹਿਸੂਸ ਹੋਇਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਿਨਾਂ 'ਚ ਇੱਥੇ ਸੀਗੇ। ਸਾਡੇ ਗੁਰਦੁਆਰੇ ਦੀਆਂ ਕਮੇਟੀਆਂ ਵੀ, ਸਾਡੇ ਚੇਅਰਮੈਨ ਗਲੈਨਵੁੱਡ ਦੇ ਨਾਲ ਮੇਰੀ ਗੱਲ ਹੋਈ। ਇਸੇ ਤਰ੍ਹਾਂ ਸੈਕਟਰੀ ਅਲਵੇਲ ਕੰਗ ਨਾਲ, ਉਹ ਕਹਿੰਦੇ ਅਸੀਂ ਵੀ ਉਡੀਕ ਕਰਦੇ ਸੀ ਕਿ ਸਾਡੇ ਕੋਲ ਆਉਣਗੇ। ਭਾਵੇਂ ਕਿੰਨੇ ਵੀ ਆਪਸੀ ਜਿਹੜੀਆਂ ਤਰੁੱਟੀਆਂ ਹੋਣ ਜਾਂ ਕੋਈ ਖਾਮੀਆਂ ਹੋਣ ਜਾਂ ਕੋਈ ਗੱਲ ਹੋਣ, ਉਹ ਜ਼ਰੂਰ ਸਤਿਕਾਰ ਕਰਦੇ ਆ। ਕੋਈ ਵੀ ਆਵੇ, ਹਰੇਕ ਕੋਈ ਕਰਦਾ ਹੁੰਦਾ ਆ। ਹਰੇਕ ਗੁਰੂ ਘਰ ਨੇ ਉਹ ਉੱਧਰ ਵੀ ਕੋਈ ਨਹੀਂ ਪਹੁੰਚਿਆ। ਇੱਦਾਂ ਦੀਆਂ ਗੱਲਾਂ ਤੰਗ ਦ੍ਰਿਸ਼ਟੀਆਂ ਜੀਆਂ ਜਾਂ ਹੋਰ, ਇਹ ਬਾਹਰ ਨਹੀਂ, ਅੰਦਰੂਨੀ ਮਸਲੇ ਸਿੱਖਾਂ ਸਾਡੇ, ਇਹ ਬਾਹਰ ਵਾਲੇ ਸਿੱਖਾਂ ਦੀ ਮਦਦ ਦੇ ਨਾਲ ਲੈ ਕੇ ਜ਼ਰੂਰ ਬਾਹਰ ਵਾਲਿਆਂ ਦੀ ਸਲਾਹ ਲੈ ਕੇ ਨੈਕਸਟ ਟਾਈਮ ਛੇਤੀ ਤੋਂ ਛੇਤੀ ਇਹਦਾ ਹੱਲ ਕਰ ਲੈਣਾ ਚਾਹੀਦਾ। ਇਹ ਬੇਨਤੀ ਸਾਡੇ ਸਾਰੀਆਂ ਇੱਥੇ ਦੀਆਂ ਸੰਸਥਾਵਾਂ। ਥੈਂਕਸ ਜੀ। ਬਿਲਕੁਲ। ਤੇ ਕਰਨੈਲ ਸਿੰਘ ਜੀ, ਸਮਾਂ ਸਾਡੇ ਕੋਲ ਬਿਲਕੁਲ ਵੀ ਨਹੀਂ ਰਿਹਾ। ਜਾਂਦੇ ਜਾਂਦੇ ਦਰਸ਼ਕਾਂ ਦੇ ਨਾਲ ਕੋਈ ਹੋਰ ਸਾਂਝ ਪਾਣੀ ਚਾਹੋਗੇ? ਹਾਂ, ਇੱਕ ਨਾਲੋਂ ਨਾਲ ਹੀ ਅਸੀਂ ਦੱਸ ਦਈਏ ਵੀ ਟਰੈਵਲ ਜਿਹੜੀ ਸਾਡੇ ਡਰਾਈਵਿੰਗ ਦੇ ਕਾਨੂੰਨ ਹੈ ਨਾ 1 ਜੁਲਾਈ ਤੋਂ, ਉਹ ਵੀ ਚੇਂਜ ਹੋ ਰਹੇ ਆ। ਚਾਹੇ ਕੋਈ ਟੂਰਿਸਟ ਵੀ ਆਉਂਦਾ, ਬਹੁਤ ਸਾਰੇ ਫੜੇ ਗਏ ਟੂਰਿਸਟ ਜਿਹੜੇ ਆ 3 ਮਹੀਨੇ ਤੋਂ ਬਾਅਦ ਕਾਰ ਨਹੀਂ ਚਲਾ ਸਕਦੇ ਜੀ, ਉਹਨਾਂ ਨੂੰ ਇੱਥੇ ਦਾ ਲਾਇਸੈਂਸ ਲੈਣਾ ਪਊਗਾ। ਇੰਟਰਨੈਸ਼ਨਲ ਸਟੂਡੈਂਟ ਤਾਂ ਲੈਣਾ ਹੀ ਪਊਗਾ। ਦੂਸਰੀ ਗੱਲ ਇਹ ਆ ਵੀ ਜਿਹੜੇ ਵੀ ਚਾਹੇ ਉਹ ਵਰਕ ਪਰਮਿਟ ਤੇ ਆਉਂਦੇ ਆ, ਕਿੱਦਾਂ ਵੀ ਕਿਤੇ ਆਉਂਦੇ ਆ,
ਸਾਨੂੰ ਬਹੁਤ ਹੀ ਚੰਗੇ ਸਰੋਤਾਂ ਤੋਂ ਵੀ ਉੱਦਾਂ ਵੀ ਇਹ ਖਬਰ ਹੈਗੀ ਆ। ਤੁਹਾਨੂੰ ਸ਼ੇਅਰ ਬਣਦੀ ਵੀ ਇਦਾਂ ਦੀ ਕੋਈ ਅਵਗਿਆ ਨਹੀਂ ਕਰਨੀ। ਰੂਲ ਐਂਡ ਰੈਗੂਲੇਸ਼ਨ ਨੂੰ ਤੁਸੀਂ ਪੜ੍ਹ ਸਕਦੇ ਆ, ਅੱਗੋਂ ਉਹਨੂੰ ਤੁਸੀਂ 3 ਮਹੀਨੇ ਦੇ ਵਿੱਚ ਇੰਟਰਨੈਸ਼ਨਲ ਲਾਇਸੈਂਸ ਨੂੰ ਕਨਵਰਟ ਕਰੋ। ਮੈਂ ਤਕੀਦ ਕਰੂੰਗਾ ਆਈਲੈਟਸ ਵਾਂਗੂ ਆਪਣੀ ਸੇਫਟੀ ਦੇ ਕਾਨੂੰਨ, ਥਿਊਰੀ ਦੇ ਕਾਨੂੰਨ ਜਿਹੜੇ ਇੱਥੇ ਦੇ ਹੈਗੇ ਆ, ਉਹਦਾ ਇੱਕ ਅਸੀਂ ਉਹਨੂੰ ਨੌਲੇਜ ਟੈਸਟ ਕਹਿੰਦੇ ਆ, ਉਹ ਇੱਥੇ ਘਰ ਬੈਠੇ ਹੀ ਪੜ੍ਹ ਲਿਆ ਕਰੋ। ਜੇ ਤੁਸੀਂ ਆਸਟ੍ਰੇਲੀਆ ਜਾਂ ਕਿਤੇ ਜਾਣਾ ਹੀ ਹੈਗਾ ਤਾਂ ਬੱਚਿਆਂ ਨੂੰ ਜ਼ਰੂਰ ਉਹਦੀ ਟ੍ਰੇਨਿੰਗ ਦਿਆ ਕਰੋ। ਥੈਂਕ ਯੂ ਜੀ ਕਰਨੈਲ ਸਿੰਘ ਜੀ, ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਕਰਦੇ ਹੋ। ਬਹੁਤ ਸਾਡੇ ਤੁਹਾਡੇ ਜਿਹੜੇ ਸੁਨੇਹੇ ਹੁੰਦੇ ਨੇ ਫੇਸਬੁੱਕ ਤੇ YouTube ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਨੇ, ਤੁਸੀਂ ਸ਼ੇਅਰ ਵੀ ਪ੍ਰੋਗਰਾਮ ਨੂੰ ਬਹੁਤ ਕਰਦੇ ਹੋ। ਤਾਂ ਇੱਕ ਮੇਨ ਮਕਸਦ ਹੁੰਦਾ ਹੈ ਕਿ ਬਹੁਤ ਸਾਰੀਆਂ ਕੁਝ ਐਸੀਆਂ ਜਾਣਕਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਤੇ ਕਿ ਅੱਜ ਇਹ ਹੋੜ ਲੱਗੀ ਹੋਈ ਹੈ ਕਿ ਵੱਖ-ਵੱਖ ਏਰੀਆ ਜਿੱਥੇ ਕਿ ਸਰਕਾਰਾਂ ਲੋਕਾਂ ਦੀ ਨਹੀਂ ਸੁਣਦੀਆਂ, ਸਰਕਾਰਾਂ ਲੋਕਾਂ ਵੱਲ ਧਿਆਨ ਨਹੀਂ ਦੇ ਰਹੀਆਂ। ਉਹ ਲੋਕ ਚਾਹੁੰਦੇ ਨੇ ਕਿ ਅਸੀਂ ਆਪਣਾ ਆਪ ਜਾਂ ਅਸੀਂ ਆਪਣੇ ਬੱਚਿਆਂ ਨੂੰ ਵਿਕਸਿਤ ਦੇਸ਼ਾਂ ਦੇ ਵੱਲ ਭੇਜੀਏ, ਪਰ ਉਹਨਾਂ ਤੱਕ ਇਨਫੋਰਮੇਸ਼ਨਸ ਪਹੁੰਚਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿ ਤੁਸੀਂ 30-30 40-40 ਲੱਖ ਰੁਪਇਆ ਲਾ ਕੇ ਜ਼ਰੂਰੀ ਨਹੀਂ ਕਿ ਜਾਣਾ ਹੈ, ਤੁਸੀਂ ਕੁਝ ਪੜ੍ਹਾਈਆਂ ਇੱਥੇ ਕਰਕੇ 2 ਸਾਲ ਬਾਅਦ ਵੀ ਜਾ ਸਕਦੇ ਹੋ ਜਾਂ ਫਿਰ ਅਲੱਗ-ਅਲੱਗ ਸਕਿੱਲਸ ਦੇ ਵਿੱਚ ਵੀ ਜਾ ਸਕਦੇ ਹੋ। ਤਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਹਰ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ। ਤੇ ਨਾਲ ਮੈਂ ਇਹ ਵੀ ਬੇਨਤੀ ਕਰਦੀ ਹੁੰਦੀ ਹਾਂ ਕਿ ਜੇਕਰ ਤੁਸੀਂ ਆਸਟ੍ਰੇਲੀਆ ਪਹੁੰਚ ਗਏ ਹੋ ਤਾਂ ਉੱਥੇ ਜਾ ਕੇ ਕਿਸੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਕਰਨੈਲ ਸਿੰਘ ਜੀ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਜਿੰਨੀ ਵੀ ਹੋ ਸਕੇਗੀ ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।